ਹੈਲੋ ਸਟੂਡੈਂਟਸ, ਹਾਊ ਆਰ ਯੂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਕਰਨ ਜਾ ਰਹੇ ਹਾਂ ਅਭਿਆਸ 3.1 6ਵੀਂ ਜਮਾਤ ਦੀ ਸੰਖਿਆਵਾਂ ਨਾਲ ਖੇਡਣਾ। ਇਸ ਤੋਂ ਪਹਿਲਾਂ ਕਿ ਇਹ ਐਕਸਰਸਾਈਜ਼ ਅਸੀਂ ਸ਼ੁਰੂ ਕਰੀਏ, ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਪ੍ਰਾਈਮ ਨੰਬਰਸ ਕੀ ਹੁੰਦੇ ਨੇ, ਅਭਾਜ ਸੰਖਿਆਵਾਂ ਕੀ ਹੁੰਦੀਆਂ। ਠੀਕ, ਕਿਉਂਕਿ ਬਾਰ-ਬਾਰ ਇਹੋ ਜਿਹੇ ਵਰਡਸ, ਇਹੋ ਜਿਹੇ ਸ਼ਬਦ ਇਸ ਐਕਸਰਸਾਈਜ਼ 'ਚ ਆਉਣਗੇ ਤਾਂ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ, ਕਨਸੈਪਟ ਕਲੀਅਰ ਹੋਣਾ ਚਾਹੀਦਾ ਕਿ ਆਖਿਰ ਅਸੀਂ ਕੀ ਪੜ੍ਹਨ ਜਾ ਰਹੇ ਹਾਂ। ਸੋ ਇਹ ਲੱਭਣ ਲਈ ਸਭ ਤੋਂ ਪਹਿਲਾਂ ਅਸੀਂ ਕੀ ਕੀਤਾ, 1 ਤੋਂ ਲੈ ਕੇ 100 ਤੱਕ ਗਿਣਤੀ ਲਿਖ ਲਈ। ਠੀਕ ਹੈ, ਇਹਨਾਂ ਵਿੱਚੋਂ ਅਸੀਂ ਦੇਖਾਂਗੇ ਕਿ ਪ੍ਰਾਈਮ ਨੰਬਰਸ ਯਾਨੀ ਅਭਾਜ ਸੰਖਿਆਵਾਂ, ਸੰਯੁਕਤ ਨੰਬਰ, ਠੀਕ ਹੈ, ਜਾਂ ਭਾਜ ਸੰਖਿਆਵਾਂ, ਇਹ ਕੀ ਹੁੰਦੀਆਂ ਹਨ। ਸੋ ਸਭ ਤੋਂ ਪਹਿਲਾਂ ਜਿਹੜਾ 1 ਹੈ ਇਹਨੂੰ ਆਪਾਂ ਕ੍ਰੋਸ ਕਰ ਦਿੰਦੇ ਹਾਂ, ਕਿਉਂਕਿ ਇਹ ਜਿਹੜਾ 1 ਹੈ ਨਾ ਤਾਂ ਇਹ ਅਭਾਜ ਸੰਖਿਆ ਨਾ ਇਹ ਸੰਯੁਕਤ ਸੰਖਿਆ। ਅਭਾਜ ਹੁੰਦੀ ਹੈ ਜੋ ਕਿਸੇ ਦੇ ਟੇਬਲ ਵਿੱਚ ਨਹੀਂ ਆਉਂਦੀ, ਅਤੇ ਸੰਯੁਕਤ ਹੁੰਦੀ ਹੈ ਜੋ 2 ਤੋਂ ਜ਼ਿਆਦਾ ਅੰਕਾਂ ਦੇ ਟੇਬਲ ਵਿੱਚ ਆਉਂਦੀ ਹੈ। ਸੋ ਇਸ ਲਈ 1 ਨਾ ਤਾਂ ਅਭਾਜ ਹੈ ਨਾ ਹੀ ਇਹ ਸੰਯੁਕਤ ਹੈ, ਇਹਨੂੰ ਆਪਾਂ ਕੱਢ ਦਿੰਦੇ ਹਾਂ। ਉਸ ਤੋਂ ਬਾਅਦ ਇਹ 2 ਨੂੰ ਛੱਡ ਦਿਓ ਕਿਉਂਕਿ 2 ਵੀ ਕਿਸੇ ਦੇ ਟੇਬਲ 'ਚ ਨਹੀਂ ਆਉਂਦਾ। 3 ਇਹ ਵੀ ਕਿਸੇ ਟੇਬਲ 'ਚ ਨਹੀਂ ਆਉਂਦਾ। 4 ਟੇਬਲ ਵਿੱਚ ਆਉਂਦਾ, 2 2 4, ਇਹਨੂੰ ਆਪਾਂ ਕ੍ਰੋਸ ਲਗਾ ਦਿੰਦੇ ਹਾਂ। ਉਸ ਤੋਂ ਬਾਅਦ 5 ਹੈ, ਇਹ ਵੀ ਕਿਸੇ ਦੇ ਟੇਬਲ 'ਚ ਨਹੀਂ ਆਉਂਦਾ। ਉਸ ਤੋਂ ਬਾਅਦ 5 ਇਹ ਕਿਸੇ ਟੇਬਲ 'ਚ ਨਹੀਂ ਆਉਂਦਾ। 6 ਆਉਂਦਾ, ਠੀਕ ਹੈ, 2 ਦੇ ਅਤੇ 3 ਦੇ। ਉਸ ਤੋਂ ਬਾਅਦ 7 ਇਹਨੂੰ ਛੱਡ ਦਿਓ, 8 ਵੀ ਆਉਂਦਾ ਕਿਸੇ ਦੇ ਟੇਬਲ 'ਚ, 2 ਅਤੇ 4 ਹੈ ਨਾ, ਅਤੇ 9 ਵੀ ਆਉਂਦਾ, 10 ਵੀ ਆਉਂਦਾ। ਓਕੇ, ਹੁਣ ਸਟੂਡੈਂਟਸ ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿ 2 ਦੇ ਪਹਾੜੇ ਵਿੱਚ ਆਉਣ ਵਾਲੇ ਮੀਨਸ ਈਵਨ ਨੰਬਰਸ, ਠੀਕ ਹੈ, ਜਿਸਤ ਸੰਖਿਆਵਾਂ, ਉਹਨਾਂ ਸਾਰਿਆਂ ਨੂੰ ਅਸੀਂ ਕੱਟ ਦਿੰਦੇ ਹਾਂ। ਪਰ ਇਹਦੇ ਵਿੱਚ 2 ਨੂੰ ਅਸੀਂ ਨਹੀਂ ਕੱਟਾਂਗੇ ਕਿਉਂਕਿ 2 ਸਿਰਫ ਆਪਣੇ ਹੀ ਟੇਬਲ ਵਿੱਚ ਆਉਂਦਾ ਹੈ। ਓਕੇ ਜੀ, ਸਭ ਤੋਂ ਪਹਿਲਾਂ ਆਪਾਂ ਇਹੀ ਕੰਮ ਕਰਦੇ ਹਾਂ। ਸੋ ਇੱਦਾਂ ਲਾਈਨਾਂ ਮਾਰੀਆਂ, ਹੁਣ ਤਾਂ ਕੱਟਣਾ ਸੌਖਾ। ਜਿਸ ਤਰ੍ਹਾਂ ਇਹ ਸਾਰੇ ਆ ਗਏ, ਇੱਧਰ ਆ ਗਏ 2 ਦੇ ਟੇਬਲ ਵਾਲੇ, ਇੱਧਰ 2 ਦੇ ਟੇਬਲ ਵਾਲੇ ਆ ਗਏ, ਇੱਥੇ ਆ ਗਏ। ਸੋ ਆਪਾਂ ਸਾਰਿਆਂ ਨੂੰ ਜਿਹੜਾ ਹੈਗਾ ਕ੍ਰੋਸ ਕਰ ਦਿੰਦੇ ਹਾਂ ਕਿ ਇਹਨੂੰ ਆਪਾਂ ਨਹੀਂ ਕਾਊਂਟ ਕਰਨਾ ਜਦੋਂ ਅਸੀਂ ਪ੍ਰਾਈਮ ਨੰਬਰਸ ਮੀਨਸ ਅਭਾਜ ਸੰਖਿਆਵਾਂ ਲੱਭ ਰਹੇ ਹੋਵਾਂਗੇ। ਸੋ ਇਹ ਸਾਡੀਆਂ ਅਭਾਜ ਸੰਖਿਆਵਾਂ ਨਹੀਂ ਹਨ ਕਿਉਂਕਿ ਇਹ ਸਾਰੀਆਂ 2 ਦੇ ਟੇਬਲ ਵਿੱਚ ਆਉਂਦੀਆਂ ਹਨ। ਓਕੇ, ਨੈਕਸਟ ਹੁਣ ਆਪਾਂ ਇੱਦਾਂ ਕਰਦੇ ਹਾਂ, ਜੋ 3 ਦੇ ਟੇਬਲ ਵਿੱਚ ਆਉਂਦੇ ਹਨ। ਸੋ ਆਪਾਂ ਇਹੀ ਲੱਭਣਾ ਨਾ ਕਿ ਜਿਹੜੇ ਅੰਕ ਕਿਸੇ ਦੇ ਵੀ ਟੇਬਲ 'ਚ ਆਉਂਦੇ ਹਨ ਉਹ ਅਭਾਜ ਸੰਖਿਆਵਾਂ ਨਹੀਂ ਹਨ ਬਲਕਿ ਉਹ ਭਾਜ ਸੰਖਿਆਵਾਂ ਹਨ। ਸੋ ਆਪਾਂ ਹੁਣ 3 ਦੇ ਟੇਬਲ ਵਿੱਚ ਆਉਣ ਵਾਲੇ ਅੰਕਾਂ ਨੂੰ ਕੱਟ ਦਿੰਦੇ ਹਾਂ। ਚਲੋ ਆਪਾਂ ਇਹ ਵੀ ਕਰ ਦਿੰਦੇ ਹਾਂ। 3 ਨੂੰ ਆਪਾਂ ਨਹੀਂ ਕਰਨਾ। ਸੋ 6 9 12 15 18 21 24 27 30 33 36 39 42 45 48 51 54 57 60 63 66 69 72 75 78 81 84 87 90 93 96 ਅਤੇ 99। ਇਸੇ ਤਰ੍ਹਾਂ 5 ਦੇ ਟੇਬਲ ਵਿੱਚ ਆਉਣ ਵਾਲਿਆਂ ਨੂੰ, ਸੋ 5 ਨੂੰ ਨਹੀਂ ਕੱਟਣਾ ਕਿਉਂਕਿ ਇਹ ਆਪਣੇ ਟੇਬਲ 'ਚ ਆਉਂਦਾ। ਸੋ ਇਹ 5 ਵਾਲੀ ਲਾਈਨ ਹੈ, ਦਾ ਮਤਲਬ ਇਹਨੂੰ ਸਾਰਿਆਂ ਨੂੰ ਹੀ ਕੱਟਾਂਗੇ। ਸੋ ਇਹ ਸਾਰੇ ਹੀ ਕੱਟੇ ਜਾਣਗੇ ਕਿਉਂਕਿ ਜਿਨ੍ਹਾਂ ਰਕਮਾਂ ਦੇ ਪਿੱਛੇ 5 ਜਾਂ 0 ਆਉਂਦਾ ਉਹ ਸਾਰੀਆਂ ਹੀ 5 ਦੇ ਪਹਾੜੇ ਵਿੱਚ ਆ ਜਾਂਦੀਆਂ ਹਨ। ਓਕੇ, ਨੈਕਸਟ ਹੁਣ ਅਸੀਂ 7 ਦੇ ਪਹਾੜੇ ਵਿੱਚ ਆਉਣ ਵਾਲੇ, ਠੀਕ ਹੈ, ਸਾਰੇ ਅੰਕ ਜਿਹੜੇ ਹੈ ਉਹਨਾਂ ਨੂੰ ਆਪਾਂ ਕ੍ਰੋਸ ਕਰ ਦਾਂਗੇ। 7 7 ਦੂਣੀ 14, 7 ਤੀਆ 21, 7 ਚੌਕਾ 28, 7 ਪੰਜਾ 35, 7 ਛੀਕ 42, 7 7 49, 7 8 56, 7 ਨਾਮ 63, 7 ਦਾਇਆ 70, ਠੀਕ, ਫਿਰ ਅੱਗੋਂ 77, ਫਿਰ 84, ਫਿਰ 91, ਠੀਕ ਹੈ। ਸੋ ਇਹ ਆਪਾਂ ਕੱਢ ਦਿੱਤੇ। ਹੁਣ ਆਪਾਂ ਦੇਖਿਆ ਕਿ 2 ਵਾਲੇ ਵੀ ਹੋ ਗਏ, 3 5 7, ਸੋ ਇਹ ਸਾਰੇ ਹੋ ਗਏ। ਹੁਣ ਜਿਹੜੀਆਂ ਬਾਕੀ ਸੰਖਿਆਵਾਂ ਬਚ ਗਈਆਂ ਉਹ ਕੀ ਨੇ, ਸਾਡੀਆਂ ਅਭਾਜ ਸੰਖਿਆਵਾਂ। ਸੋ ਇਹ ਅਭਾਜ ਸੰਖਿਆਵਾਂ ਕਿਹੜੀਆਂ ਆਪਾਂ ਦੇਖ ਲੈਂਦੇ ਹਾਂ, 2 3 5 7। ਓਕੇ, ਗੋਲਾ ਲਗਾ ਦਿੰਦੇ ਹਾਂ ਤਾਂ ਕਿ ਤੁਹਾਨੂੰ ਸਾਫ਼ ਦਿਸ ਜਾਣ। 2 3 5 7 11 13 17 19, ਓਕੇ, 23 29 31 37 41 43 47 53 59 61 67 71 73 79 83 99 ਤੇ 97।
ਇਹ ਸਾਰੀਆਂ ਅਪਾਜ ਸੰਖਿਆਵਾਂ ਹਨ। ਸੋ ਆਪਾਂ ਇੱਥੇ ਲਿਖ ਸਕਦੇ ਹਾਂ ਕਿ ਅਪਾਜ ਸੰਖਿਆਵਾਂ ਹਨ 2 3 5 7 11 13 17। ਸੋ ਇਹ ਸਾਰਾ ਮੈਂ ਇੱਥੇ ਲਿਖ ਦਿੱਤਾ ਹੈ। ਓਕੇ ਜੀ, ਹੁਣ ਆਪਾਂ ਸ਼ੁਰੂ ਕਰਦੇ ਹਾਂ ਅਭਿਆਸ 3.1 ਸੰਖਿਆਵਾਂ ਨਾਲ ਖੇਡਣਾ। ਪਹਿਲਾਂ ਹੇਠ ਲਿਖਿਆਂ ਵਿੱਚੋਂ ਹਰੇਕ ਦੇ ਗੁਣਨਖੰਡ ਬਣਾਓ। ਠੀਕ ਹੈ, ਮੀਨਸ ਆਪਾਂ ਉਹ ਵਾਲੇ ਫੈਕਟਰਸ, ਉਹ ਵਾਲੇ ਖੰਡ ਬਾਹਰ ਕੱਢਨੇ ਹਨ ਜਿਹੜੇ ਆਪਸ ਵਿੱਚ ਗੁਣਾ ਹੋ ਜਾਣ ਤੇ ਜਵਾਬ ਇਹ ਆਵੇ 18 24 45 60 65। ਉਹਨਾਂ ਨੂੰ ਕਹਿੰਦੇ ਹਨ ਗੁਣਨਖੰਡ। ਸੋ ਸਭ ਤੋਂ ਪਹਿਲਾਂ ਅਸੀਂ ਲੈਂਦੇ ਹਾਂ 18। ਸੋ 18 ਵਾਸਤੇ ਸਾਨੂੰ ਕੀ ਕਰਨਾ ਪਏਗਾ ਕਿ ਆਪਾਂ ਦੇਖਾਂਗੇ ਕਿ 18 ਕਿਹਦੇ ਕਿਹਦੇ ਪਹਾੜੇ 'ਚ ਆਉਂਦਾ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ 18 1 ਦੇ ਪਹਾੜੇ 'ਚ ਆਏਗਾ, 1 ਗੁਣਾ 18। ਠੀਕ ਹੈ, ਇਹ ਹੋ ਗਿਆ 18। ਉਸ ਤੋਂ ਬਾਅਦ 2 ਦੇ ਪਹਾੜੇ 'ਚ ਆਉਂਦਾ 2 9 18। 3 ਦੇ ਪਹਾੜੇ 'ਚ ਆਏਗਾ 3 ਛੀਕੇ 18। ਉਸ ਤੋਂ ਬਾਅਦ 4 ਦੇ ਪਹਾੜੇ 'ਚ ਨਹੀਂ, 5 ਦੇ ਪਹਾੜੇ 'ਚ ਨਹੀਂ, 6 ਤੀਏ 18। ਪਰ ਇਹ ਤਾਂ ਰਿਪੀਟ ਹੋ ਜਾਏਗਾ। ਸੋ ਜਦੋਂ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਬਣੇ ਕਿ ਰਿਪੀਟ ਹੋਣੇ ਸ਼ੁਰੂ ਹੋ ਜਾਣ, ਠੀਕ ਹੈ, ਚਾਹੇ ਉਲਟੇ ਪਾਸੇ ਰਿਪੀਟ ਹੋ ਰਹੇ ਹੋਣ, ਜਿਵੇਂ 3 ਗੁਣਾ 6 ਸੀ, ਹੁਣ 6 ਗੁਣਾ 3 ਲਿਖਾਂਗੇ, ਹੈ ਨਾ। ਸੋ ਉੱਥੇ ਤੁਸੀਂ ਸਟਾਪ ਕਰ ਦੇਣਾ, ਫਿਰ ਤੁਸੀਂ ਲਿਖੋਗੇ 18 ਦੇ ਸਾਰੇ ਗੁਣਨਖੰਡ। ਠੀਕ ਹੈ, ਇਹ ਲਿਖ ਕੇ ਉਸ ਤੋਂ ਬਾਅਦ ਤੁਸੀਂ ਅੱਗੇ ਗੁਣਨਖੰਡ ਲਿਖ ਦੋਗੇ। ਕਿੱਦਾਂ ਲਿਖਣੇ ਨੇ? ਇਸ ਤਰ੍ਹਾਂ ਸ਼ੁਰੂ ਕਰਨੇ 1 2 3, ਫਿਰ ਇੱਧਰਲੇ ਪਾਸੇ ਆ ਜਾਣਾ। ਕਿੱਦਾਂ ਲਿਖਣੇ ਹਨ? ਇੱਥੋਂ ਸ਼ੁਰੂ ਕਰੋ 1 2 3, ਫਿਰ ਇੱਧਰਲੇ ਪਾਸੇ 6 9 18। ਸੋ ਆਪਾਂ ਇੱਥੇ ਲਿਖ ਦਿੰਦੇ ਹਾਂ 1 2 3 6 9 18। ਇਹ ਸਾਡਾ ਜਵਾਬ ਆ ਗਿਆ। ਨੈਕਸਟ ਦੂਸਰਾ ਹੈ 24th। ਸੋ ਆਪਾਂ ਇਹਦੇ ਵੀ ਫੈਕਟਰ ਬਣਾ ਦਾਂਗੇ, ਇਹਦੇ ਵੀ ਗੁਣਨਖੰਡ ਬਣਾ ਦਾਂਗੇ। ਪਹਿਲਾਂ ਤਾਂ ਇਹ ਆਪਣੇ ਪਹਾੜੇ ਵਿੱਚ ਹੀ ਆ ਜਾਏਗਾ। ਠੀਕ ਹੈ, 1 24 24। ਠੀਕ ਹੈ, 1 ਨੂੰ 24 ਨਾਲ ਗੁਣਾ। ਹੁਣ 2 ਦੇ ਪਹਾੜੇ 'ਚ ਵੀ ਆਉਂਦਾ 2 ਗੁਣਾ 12, ਇਹ ਆ ਗਿਆ 24। 3 ਦੇ ਪਹਾੜੇ 'ਚ ਵੀ ਆਏਗਾ 3 ਗੁਣਾ 8, 8 ਤੀਆ 24। ਠੀਕ ਹੈ, 4 ਦੇ ਪਹਾੜੇ 'ਚ ਆਏਗਾ, ਯੈਸ 4 ਛੀਕਾ 24। 5 ਦੇ ਪਹਾੜੇ 'ਚ ਨਹੀਂ, 6 ਦੇ ਪਹਾੜੇ 'ਚ ਰਿਪੀਟ ਹੋਣਾ ਸ਼ੁਰੂ ਹੋ ਗਿਆ। ਠੀਕ ਹੈ, ਸੋ ਆਪਾਂ ਇੱਥੇ ਹੀ ਇਹਨੂੰ ਬਸ ਕਰ ਦਾਂਗੇ। ਸੋ ਆਪਾਂ ਲਿਖਾਂਗੇ 24 ਦੇ ਸਾਰੇ ਗੁਣਨਖੰਡ। ਅੱਗੇ ਆਪਾਂ ਉਸੇ ਤਰ੍ਹਾਂ ਹੀ ਲਿਖ ਦਾਂਗੇ ਜਿੱਦਾਂ ਪਿਛਲੇ ਸਵਾਲ ਵਿੱਚ ਅਸੀਂ ਲਿਖਿਆ ਸੀ। ਕਿੱਦਾਂ? ਸਭ ਤੋਂ ਉੱਪਰੋਂ ਸ਼ੁਰੂ ਕਰਾਂਗੇ 1 2 3 4 6 8 12 ਤੇ 24। ਠੀਕ, ਸੋ 24 ਵੀ ਆਪਣੇ ਪਹਾੜੇ 'ਚ ਚਲ ਜਾਂਦਾ। ਠੀਕ ਹੈ, 1 ਦੇ ਪਹਾੜੇ 'ਚ ਵੀ ਆ ਜਾਂਦਾ। ਸੋ ਆਪਾਂ ਇੱਦਾਂ ਕਰਕੇ ਇਹ ਜਵਾਬ ਲਿਖ ਸਕਦੇ ਹਾਂ। ਸੋ ਨੈਕਸਟ ਹੈ 45। ਇਸੇ ਤਰ੍ਹਾਂ ਹੀ ਇਹਨੂੰ ਆਪਾਂ ਕਰਾਂਗੇ। ਪਹਿਲਾਂ 1 ਦੇ ਨਾਲ ਇਹਨੂੰ ਗੁਣਾ ਕਰਾਂਗੇ, 1 ਗੁਣਾ 45 ਯਾਨੀ 45 ਏਕਮ 45, ਫਿਰ 3। ਠੀਕ ਹੈ, 15 ਤੀਆ 45, ਫਿਰ 5 ਪੰਜੂ ਨਾਮ 45। ਠੀਕ, ਉਸ ਤੋਂ ਬਾਅਦ ਨਾ 6 ਦੇ ਪਹਾੜੇ 'ਚ, ਨਾ 7, ਨਾ 8, ਫਿਰ 9 ਦੇ ਪਹਾੜੇ 'ਚ ਆਉਂਦਾ। ਸੋ ਰਿਪੀਟ ਹੋ ਜਾਏਗਾ। ਫਿਰ ਆਪਾਂ ਸੇਮ ਲਿਖ ਦਾਂਗੇ ਕਿ 45 ਦੇ ਸਾਰੇ ਗੁਣਨਖੰਡ 1 3 5 9 15 45। ਇਹ ਸਾਡਾ ਜਵਾਬ ਆ ਜਾਏਗਾ। ਨੈਕਸਟ ਹੈ 60। ਉਸੇ ਤਰ੍ਹਾਂ ਹੀ ਕਰ ਲਓ। 60 ਏਕਮ 60, 2 ਦੇ ਪਹਾੜੇ 'ਚ ਆਏਗਾ, ਬਿਲਕੁਲ ਆਏਗਾ ਜੀ। 30 ਦੂਣਾ 60, 3 ਦੇ ਪਹਾੜੇ 'ਚ ਆਏਗਾ, ਹਾਂਜੀ। 20 ਤੀਆ 60, 4 ਦੇ ਪਹਾੜੇ 'ਚ ਆਏਗਾ ਜੀ, ਬਿਲਕੁਲ। 15 ਚੌਕੀ 60, 5 ਦੇ ਪਹਾੜੇ 'ਚ ਆਏਗਾ, ਹਾਂਜੀ ਬਿਲकुल आएगा जी। किन्ने? हाँ 12 5 60, सॉरी 12 5 60। 6 ਦੇ ਪਹਾੜੇ 'ਚ ਆਏਗਾ ਜੀ, ਬਿਲकुल आएगा। 6 दाया 60। 7 ਦੇ ਪਹਾੜੇ 'ਚ ਆਏਗਾ ਜੀ, ਨਹੀਂ। 8 ਦੇ ਪਹਾੜੇ 'ਚ, 9 ਦੇ ਪਹਾੜੇ 'ਚ, 10 ਦੇ ਪਹਾੜੇ 'ਚ ਆਏਗਾ, ਪਰ ਯਾਰ ਇਹ ਤਾਂ ਰਿਪੀਟ ਹੋ ਜਾਏਗਾ। ਸੋ ਸਾਡਾ ਜਵਾਬ ਸਾਨੂੰ ਮਿਲ ਚੁੱਕਿਆ ਹੈ 60 ਦੇ ਸਾਰੇ ਗੁਣਨਖੰਡ। ਤੇ ਉਸੇ ਤਰ੍ਹਾਂ ਹੀ ਆਪਾਂ ਇੱਥੇ ਵੀ ਲਿਖ ਦਾਂਗੇ ਤੇ ਅੱਗੇ ਲਿਖ ਦਾਂਗੇ ਆਨਸਰ 1 2 3 4 5 6 10 12 15 20 30 60। ਇਹ ਇਹਦਾ ਆਨਸਰ ਆ ਗਿਆ। ਅਗਲਾ ਹੈ 5th 65। ਸੋ 65 ਤੇ ਵੀ ਉਸੇ ਤਰ੍ਹਾਂ ਹੀ ਗੁਣਨਖੰਡ ਬਣਾਵਾਂਗੇ। 1 ਗੁਣਾ 65 ਯਾਨੀ 65 ਆ ਗਿਆ। ਠੀਕ, 2 ਦੇ ਪਹਾੜੇ 'ਚ ਨਹੀਂ, 3 ਦੇ ਪਹਾੜੇ 'ਚ ਨਹੀਂ, 4 ਨਹੀਂ, 5 ਦੇ ਪਹਾੜੇ 'ਚ ਆ ਸਕਦਾ 13 5 65। 6 ਦੇ ਪਹਾੜੇ 'ਚ ਆਏਗਾ, 7 ਦੇ ਨਹੀਂ, 9 ਦੇ, 10 ਦੇ, 11 12 13 ਦੇ ਪਹਾੜੇ 'ਚ ਤਾਂ ਆ ਹੀ ਰਿਹਾ। ਠੀਕ ਹੈ, ਸੋ ਇਹ ਰਿਪੀਟ ਹੋ ਗਿਆ। ਸੋ ਆਪਾਂ ਇੱਥੇ ਹੀ ਇਹਨੂੰ ਸਟਾਪ ਕਰ ਦਾਂਗੇ 65 ਦੇ ਸਾਰੇ ਗੁਣਨਖੰਡ। ਤੇ ਇਹਦਾ ਸਿੰਪਲ ਹੀ ਹੋ ਗਿਆ। ਕੀ ਆ ਗਿਆ? 1 5 13 ਤੇ 65। ਇਹ ਸਾਡਾ ਜਵਾਬ ਆ ਗਿਆ। ਨੈਕਸਟ
हाँ जी, हुण अगला है सैकेंड हेठ लिखियां विचों हरेक दे पहले 6 गुणज लिखो। सो गुणज का मतलब हुंदा है उस अंक दे पहाड़े विच आने वाले 6 अंक। ठीक है, जिवें 6 का पहाड़ा गिणीए, सब तो पहला क्या है जिद्दां आपां एक कर ही लैंदे आ। सो पहला है जिस तरह 6, ओके, 6 दे गुणज की बनणगे, 6 दे पहाड़े विच आने वाले पहले 6 अंक। 6 एकम 6, 6 दूनी 12, 6 तीए 18, 6 चौका 24, 6 पंजा 30 ते छिकम 36। ठीक है जी, ये 6 दे गुणज आ गए। इस तरह ही सैकेंड की होएगा 9 दे गुणज। ओके, 9 का पहाड़ा, 1 नाया 9, 2 नाया 18, 3 नाया 27, 4 नाया 36, 5 नाम 45 ते 6 नाम 54। ओके, नैक्सट है थर्ड 11। सो 11 दे गुणज, 11 का पहाड़ा गिन लो, 11 कम 11, 11 दूना 22, 11 तिया 33, 11 चौक 44, 11 5 55, 11 6 66। नैक्सट अगों है 15 दे गुणज, 15 दे गुणज, 15 का पहाड़ा, 15 एकम 15, 15 दूना 30, 15 तिया 45, 15 चौकी 60, 15 5 75, 15 छिका 90। नैक्सट ये है 24 दे गुणज, 24 एकम 24, 24 दून 48, 24 तिया 72, 24 चौक 96 ते 24 पांजा 120 ते 24 छिका 144। सो ये 24 दे गुणज आ गए। नैक्सट 100 तो घट संख्यावां की सूची बनाओ जिहड़े हेठ लिखियां दे गुणज होण। सो ये कहना की चाहता, कहता कि 100 तो घट संख्यावां की सूची बनानी है। ठीक है, 100 तो घट संख्यावां आपां लभणीआं जिहड़े हेठ लिखियां दे गुणज होण। सो 17 का पहाड़ा, गुणज मतलब पहाड़ा ही हो गया ना। सो 17 का पहाड़ा आपां गिणांगे पर वो 100 तो उपर नहीं जाना चाहिए। 17 के पहाड़े विच जिहड़े भी अंक आण आपां उन्हां दी सूची बनानी है 100 तो घट संख्यावां दी। ठीक है, पर वो संख्यावां किहड़ियां होणीआं चाहीदियां हन? 17 के गुणज, 12 के गुणज, 21 दे गुणज। मीन 17 के पहाड़े च आने वाले, 12 के पहाड़े च आने वाले ते 21 के पहाड़े में आने वाले अंक आपां नीचे लिखांगे, पर वो 100 तो घट संख्यावां दी आपां सूची बनानी है। 100 तो उपर वो नहीं जाने चाहिए। सो सब तो पहले आपां 17 नूं लै लैंदे आ ते आपां लिखांगे 17 दे गुणज। ओके, ते 17 दे गुणज, 17 का पहाड़ा, 17 एकम 17, 17 दूना 34, 17 तिया 51, 17 चौकी 68, 17 5 85, 17 छिका 102 हो जाएगा। सो आप इत्थे इहनूं स्टॉप कर देंगे। नैक्सट 12 दे गुणज। ठीक है, नाल अपनी शर्त यह है कि 100 तो उपर नहीं जाने चाहिए। 12 एकम 12, 12 दूना 24, 12 तिया 36, 12 चौक 48, 12 5 60, 12 छिक 72, 12 7 84, 12 8 96। नैक्सट थर्ड है 21 दे गुणज। 21 का पहाड़ा आपां 100 तो उपर नहीं लैके जाना। ठीक, 21 एकम 21, 21 दून 42 ते 21 तिया 63। ओके, ते 21 चौक 84। सो 21 5 105 हो जाएगा। सो आपां इत्थे इहनूं स्टॉप कर दांगे। सो ये साडा आ गया आंसर। नैक्सट इन्हां विचों किहड़ियां अभाज संख्यावां हन? मीनस प्राइम नंबरस हन जिहड़े किसी पहाड़े विच नहीं आंदे। ओके, सो वो लभन का बड़ा सौखा तरीका होंदा। आपां पहलां देखांगे कि की 2 दे पहाड़े च आंदे हन। 2 दे पहाड़े च किहड़े आंदे हन? जिन्हां दे मगर 2 होवे, 4 होवे, 6 होवे, 8 होवे जां 0 होवे, वो 2 दे पहाड़े विच आ जाणगे। सो आपां देखदे हां ना, मगर कोई है नहीं, है ना, ये 2 दे पहाड़े च नहीं आणगे। नैक्सट है 3 दे पहाड़े विच किहड़े आणगे? सो 3 दे पहाड़े विच वो आंदे हन जिन्हां दे अंकां दा जोड़ 3 दे पहाड़े विच आ जाएगा। जिद्दां ये अंक ने ना 3 ते 9 जोड़ कर दो, 9 ते 3 12, 12 जिहड़ा है 3 दे पहाड़े च आंदा। हाँ जी, बिल्कुल आंदा। सो ये 3 दे पहाड़े विच आएगा। ठीक है, यह अभाज संख्या नहीं है, ये तो 3 दे पहाड़े विच आ गया। अगला 9 ते 2 11, 11 ते 1 12, 12 भी 3 दे पहाड़े च आंदा। सो ये भी अभाज संख्या नहीं है। ठीक है, मैं ठीका लगा रहा पर लभनी आप अभाज संख्यावां ने। ठीक है, सो मैं इत्थे क्रॉस कर देना से ये अभाज संख्या नहीं है। नैक्सट थर्ड 7 7
14 14 ਤੇ 1 15 15 ਵੀ 3 ਦੇ ਪਹਾੜੇ 'ਚ ਆਏਗਾ, ਸੋ ਇਹ ਵੀ ਵੰਡਿਆ ਜਾਏਗਾ, ਇਸ ਕਰਕੇ ਇਹ ਵੀ ਅਭਾਜ ਸੰਖਿਆ ਨਹੀਂ ਹੈ। ਨੈਕਸਟ ਹੈ 3 ਤੇ 2 5, ਇਹ 3 ਦੇ ਪਹਾੜੇ 'ਚ ਨਹੀਂ ਆਏਗਾ। ਠੀਕ ਹੈ, ਅਗਲਾ ਵੀ ਚੈੱਕ ਕਰ ਲੈਂਦੇ 7 ਤੇ 3 10, 10 ਤੇ 2 12, 12 ਤਾਂ 3 ਦੇ ਪਹਾੜੇ 'ਚ ਆਏਗਾ, ਇਸ ਕਰਕੇ ਇਹ ਅਭਾਜ ਸੰਖਿਆ ਨਹੀਂ ਹੈ। ਸੋ ਜੇ ਤੁਹਾਡੇ ਮੈਥਮੈਟਿਕਸ ਦੇ ਪਿਛਲੇ ਆਨਸਰ ਦੇਖੀਏ, ਉਹਦੇ ਵਿੱਚ 129 ਨੂੰ ਵੀ ਅਭਾਜ ਸੰਖਿਆ ਵਜੋਂ ਲਿਖਿਆ ਗਿਆ ਹੈ। ਸੋ ਕਿਸੇ ਨੇ ਕਨਫਿਊਜ਼ ਨਹੀਂ ਹੋਣਾ ਕਿ ਪਿੱਛੇ ਜਵਾਬ 'ਚ 129 ਵੀ ਆਇਆ ਤੇ 203 ਵੀ ਆਇਆ, ਸਰ ਤੁਸੀਂ ਇਕੱਲਾ 203 ਲਿਖਿਆ। 129 ਅਭਾਜ ਸੰਖਿਆ ਨਹੀਂ ਹੈ, ਇਹ ਤਾਂ 3 ਦੇ ਪਹਾੜੇ 'ਚ ਵੰਡੀ ਜਾ ਰਹੀ ਹੈ। 3 ਚੌਕੇ 12, 3 ਤੀਏ 9, 43 ਦੇ ਪਹਾੜੇ 'ਚ। ਠੀਕ ਹੈ, ਸੋ ਇਹ ਅਭਾਜ ਨਹੀਂ ਹੈ ਤਾਂ ਭਾਜ ਹੈ। ਠੀਕ ਹੈ, ਸੋ ਸਿਰਫ ਇਹੀ ਹੈ 203 ਜੋ ਕਿਸੇ ਪਹਾੜੇ 'ਚ ਨਹੀਂ ਆਉਂਦਾ। ਸੋ ਜਵਾਬ ਆ ਗਿਆ ਅਭਾਜ ਸੰਖਿਆ ਬਰਾਬਰ ਹੈ 203। ਪੰਜਵਾਂ, ਹੇਠ ਲਿਖਿਆਂ ਵਿੱਚੋਂ ਹਰੇਕ ਨੂੰ 2 ਟਾਂਕ ਅਭਾਜ ਸੰਖਿਆਵਾਂ ਦੇ ਜੋੜ ਦੇ ਰੂਪ ਵਿੱਚ ਪ੍ਰਗਟ ਕਰੋ। ਸੋ ਦੋ ਤਰ੍ਹਾਂ ਦੀਆਂ ਸੰਖਿਆਵਾਂ, ਇੱਕ ਟਾਂਕ ਇੱਕ ਜਿਸਤ। ਜਿਸਤ ਯਾਨੀ ਜੋ ਜੋਟਿਆਂ ਵਿੱਚ ਹੁੰਦੀਆਂ ਹਨ, ਟਾਂਕ ਯਾਨੀ ਜੋ ਕਲੀ, ਜੋ ਬੰਟੇ ਵਗੈਰਾ ਬੱਚੇ ਖੇਡਦੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈਗਾ ਕਲੀ ਜੋਟਾ ਕੀ ਹੁੰਦਾ। ਤੇ ਟਾਂਕ ਸੰਖਿਆਵਾਂ 1 3 5 7 9 11 13 15 17, ਤੇ ਜਿਸਤ ਸੰਖਿਆਵਾਂ 2 4 6 8 10। ਠੀਕ ਹੈ, ਜਿਨ੍ਹਾਂ ਦੇ ਪਿੱਛੇ 2 4 6 8 0 ਆਉਂਦਾ ਹੈ, ਉਹਨੂੰ ਆਪਾਂ ਜਿਸਤ ਸੰਖਿਆਵਾਂ ਕਹਿੰਦੇ ਹਾਂ। ਓਕੇ, ਇਹ ਕੀ ਕਹਿ ਰਿਹਾ, ਹੇਠ ਲਿਖਿਆਂ ਵਿੱਚੋਂ ਹਰੇਕ ਨੂੰ 2 ਟਾਂਕ, ਪਰ ਨਾਲ ਕੀ ਕਿਹਾ, ਅਭਾਜ ਸੰਖਿਆਵਾਂ। ਠੀਕ ਹੈ, ਦੇ ਜੋੜੇ ਦੇ ਰੂਪ ਵਿੱਚ ਪ੍ਰਗਟ ਕਰੋ। ਹੁਣ ਟਾਂਕ ਵੀ ਹੋਵੇ ਤੇ ਅਭਾਜ ਵੀ ਹੋਵੇ, ਉਹਦੇ ਆਪਾਂ ਜੋੜੇ ਦੇ ਰੂਪ ਵਿੱਚ ਪ੍ਰਗਟ ਕਰਨਾ। 2 ਸੰਖਿਆਵਾਂ ਲੈਣੀਆਂ ਨੇ, ਠੀਕ ਹੈ, ਜਿਹੜੇ ਕਿ ਉਹਨਾਂ ਨੂੰ ਅਸੀਂ ਜੋੜ ਦਈਏ ਤਾਂ ਇਹ ਆਵੇ। ਸੋ ਆਪਾਂ ਸਭ ਤੋਂ ਪਹਿਲਾਂ ਲੈਂਦੇ ਹਾਂ 16 ਨੂੰ। ਸੋ ਇਹਨੂੰ ਆਪਾਂ ਲਿਖਣਾ ਹੈ ਇਸ ਤਰ੍ਹਾਂ ਕਿ ਇਹਦੇ ਵਿੱਚ 2 ਟਾਂਕ ਸੰਖਿਆਵਾਂ ਵੀ ਆ ਜਾਣ, ਪਰ ਉਹ ਟਾਂਕ ਸੰਖਿਆਵਾਂ ਅਭਾਜ ਵੀ ਹੋਣ। ਮੀਨਸ ਕਿਸੇ ਟੇਬਲ ਵਿੱਚ ਨਾ ਆਉਂਦੀਆਂ ਹੋਣ। ਜਿੱਦਾਂ ਟਾਂਕ ਸੰਖਿਆਵਾਂ ਹੁੰਦੀਆਂ 1 3 5 7 9, 9 ਤਾਂ ਕਿਸੇ ਟੇਬਲ 'ਚ ਆ ਜਾਂਦਾ, ਪਰ ਨਾਲ ਉਹਨੇ ਸ਼ਰਤ ਲਗਾਤੀ ਉਹ ਅਭਾਜ ਵੀ ਹੋਵੇ। ਸੋ 2 ਅੰਕਾਂ ਦਾ ਜੋੜ ਜੋ ਟਾਂਕ ਵੀ ਹੋਵੇ ਤੇ ਅਭਾਜ ਵੀ ਹੋਵੇ, ਉਹ ਵਾਲੀਆਂ ਸੰਖਿਆਵਾਂ ਦਾ ਜੋੜ 16 ਹੋਣਾ ਚਾਹੀਦਾ ਹੈ। ਸੋ ਇੱਕ ਤਾਂ ਆਪਾਂ ਦੇਖਦੇ ਹਾਂ ਕਿ 3 ਜਮਾ 13। ਠੀਕ ਹੈ, ਦੋਨੋਂ ਕਿਸੇ ਟੇਬਲ 'ਚ ਨਹੀਂ ਆਉਂਦੇ, ਇੱਕ ਤਾਂ ਸਾਡੇ ਕੋਲ ਇਹ ਆ ਗਿਆ। ਹਾਂ, ਦੂਸਰਾ ਇਹ ਵੀ ਆ ਸਕਦਾ 5 ਜਮਾ 11, ਇਹ ਵੀ 2 ਟੇਬਲ 'ਚ ਨਹੀਂ ਆਉਂਦੇ। ਸੋ ਬਾਕੀ ਆਪਾਂ ਜੋ ਵੀ ਲਾਂਗੇ 12 ਜਮਾ 4, ਠੀਕ ਹੈ, ਉਹ ਸਾਰੇ ਕਿਸੇ ਨਾ ਕਿਸੇ ਟੇਬਲ 'ਚ ਆਉਣਗੇ, ਇਸ ਕਰਕੇ ਉਹ ਸਾਡੇ ਦਿੱਤੀ ਹੋਈ ਸ਼ਰਤ ਨੂੰ ਪੂਰਾ ਨਹੀਂ ਕਰਦੇ। ਸੋ ਇਹਦਾ ਜਵਾਬ ਇਹ ਆ ਗਿਆ। ਨੈਕਸਟ ਇਹ ਹੈ ਸੈਕਿੰਡ 28। ਸੋ 28 ਨੂੰ ਆਪਾਂ 11 ਜਮਾ 17 ਦੇ ਰੂਪ ਵਿੱਚ ਦਿਖਾ ਸਕਦੇ ਹਾਂ। ਠੀਕ, ਸੋ ਬਾਕੀ ਜਿੰਨਾਂ ਨਾਲ ਵੀ ਕਰਾਂਗੇ 14 14 28 15 13 28 25 3 28, ਇਹ ਸਾਰੇ ਕੋਈ ਨਾ ਕੋਈ ਇੱਕ ਰਕਮ ਜਿਹੜੀ ਹੈ ਇਹੋ ਜਿਹੀ ਆ ਜਾਏਗੀ ਜਿਹੜੀ ਕਿਸੇ ਨਾ ਕਿਸੇ ਟੇਬਲ ਵਿੱਚ ਆਉਂਦੀ ਹੈ। ਪਰ ਇਹ ਵਾਲੀ ਜੋ ਸ਼ਰਤ ਹੈ ਕਿ ਟਾਂਕ ਵੀ ਹੋਵੇ ਤੇ ਅਭਾਜ ਵੀ ਹੋਵੇ, ਉਹ ਇਹ 2 ਅੰਕ ਜਿਹੜੇ ਹੈ ਪੂਰਾ ਕਰਦੇ ਹਨ। ਸੋ ਇਹਦਾ ਜਵਾਬ ਇਹ ਆ ਗਿਆ। ਨੈਕਸਟ 43rd ਦਾ। ਓਕੇ, ਸੋ 3rd ਦੇ ਹੁਣ ਆ ਗਿਆ 40 ਨੂੰ ਆਪਾਂ ਕਰ ਸਕਦੇ ਹਾਂ 3 ਜਮਾ 37। ਠੀਕ ਹੈ, 37 3 40 ਹੋ ਗਿਆ, ਦੋਨੋਂ ਟਾਂਕ ਵੀ ਹਨ ਤੇ ਅਭਾਜ ਵੀ ਹਨ। ਅਗਲਾ ਹੈ 11 ਜਮਾ 29। ਠੀਕ ਹੈ, 29 ਤੇ 11 40, ਇਹ ਵੀ ਦੋਨੋਂ ਕਿਸੇ ਟੇਬਲ 'ਚ ਨਹੀਂ ਆਉਂਦੇ। ਅਗਲਾ ਹੈ 17 ਜਮਾ 23, ਇਹ ਵੀ ਕਿਸੇ ਟੇਬਲ 'ਚ ਨਹੀਂ ਆਉਂਦੇ। ਇਹ ਸਾਡਾ ਜਵਾਬ ਆ ਗਿਆ। ਨੈਕਸਟ ਹੈ 6ਵਾਂ, ਹੇਠ ਦਿੱਤੀਆਂ ਸੰਖਿਆਵਾਂ ਦੇ ਵਿਚਕਾਰ ਸਾਰੀਆਂ ਅਭਾਜ ਸੰਖਿਆਵਾਂ ਲਿਖੋ। ਸੋ ਇਹਨਾਂ ਦੇ ਵਿਚਕਾਰ ਲਿਖਣਾ, ਨਾ ਆਪਾਂ 1 ਨੂੰ ਗਿਣਨਾ ਤੇ ਨਾ ਆਪਾਂ 25 ਨੂੰ ਗਿਣਨਾ, ਨਾ ਆਪਾਂ 85 ਨੂੰ ਨਾ 105। ਠੀਕ ਹੈ, ਇਹਨਾਂ ਦੇ ਵਿਚਕਾਰ ਜੋ ਅਭਾਜ ਸੰਖਿਆਵਾਂ ਜੋ ਕਿਸੇ ਵੀ ਟੇਬਲ ਕਿਸੇ ਵੀ ਪਹਾੜੇ ਵਿੱਚ ਨਹੀਂ ਆਉਂਦੀਆਂ, ਉਹ ਲਿਖਾਂਗੇ। ਸੋ ਸਭ ਤੋਂ ਪਹਿਲਾਂ ਅਸੀਂ ਲਿਖ ਲਿਆ 1 ਤੋਂ 25 ਵਿਚਕਾਰ ਅਭਾਜ ਸੰਖਿਆਵਾਂ। ਸੋ 1 ਨੂੰ ਆਪਾਂ ਗਿਣਨਾ ਨਹੀਂ, ਨਾ 25 ਨੂੰ। ਸੋ ਸਭ ਤੋਂ ਪਹਿਲੀ ਅਭਾਜ ਸੰਖਿਆ ਆ ਗਈ 2, ਫਿਰ ਉਸ ਤੋਂ ਬਾਅਦ ਆ ਗਈ 3, ਫਿਰ 5 7 11 13, ਠੀਕ ਹੈ, 15 ਤਾਂ ਅਭਾਜ ਹੈਗੀ ਆ, 17 19 ਤੇ 23, ਇਹ ਸਾਡਾ ਜਵਾਬ ਆ ਗਿਆ। ਸੋ ਅਗਲਾ ਹੈ ਸੈਕਿੰਡ 85 ਤੋਂ 105 ਦੇ ਵਿਚਕਾਰ ਅਭਾਜ ਸੰਖਿਆਵਾਂ, ਨਾ 85 ਨਾ 105। ਠੀਕ ਹੈ, ਸੋ ਇਹਦੇ ਵਿੱਚ ਕੀ ਆਏਗਾ, ਸਭ ਤੋਂ ਪਹਿਲਾਂ ਆ ਜਾਏਗਾ 99 ਤੋਂ ਬਾਅਦ ਆ ਜਾਏਗਾ 97। ਠੀਕ ਹੈ, 97 ਤੋਂ ਬਾਅਦ 101 ਤੋਂ ਬਾਅਦ ਆ ਜਾਏਗਾ 103। ਠੀਕ, ਇਹ ਉਹ ਸੰਖਿਆਵਾਂ ਹਨ ਜਿਹੜੀਆਂ ਕਿਸੇ ਟੇਬਲ ਵਿੱਚ ਨਹੀਂ ਆਉਂਦੀਆਂ, ਅਭਾਜ ਸੰਖਿਆਵਾਂ, ਪ੍ਰਾਈਮ ਨੰਬਰਸ। ਨੈਕਸਟ ਹੈ 3rd 120 ਤੋਂ 140 ਦੇ ਵਿਚਕਾਰ ਆਪਾਂ ਅਭਾਜ ਸੰਖਿਆਵਾਂ ਦੇਖਣੀਆਂ ਹਨ। ਹੁਣ ਸਭ ਤੋਂ ਪਹਿਲਾਂ ਕਿਹੜੀ ਆ ਜਾਏਗੀ 127, ਫਿਰ 131,
ਤੁਹਾਡੇ ਮੈਥ ਦੇ ਜਵਾਬ ਜੋ ਲਿਖੇ ਹੋਏ ਹਨ ਉਹਨਾਂ ਦੇ ਵਿੱਚ 129 ਨੂੰ ਵੀ ਦੋ ਜਗ੍ਹਾ ਤੇ ਅਪਾਜ ਸੰਖਿਆਵਾਂ ਕਿਹਾ ਗਿਆ ਹੈ। ਇੱਕ ਤਾਂ ਚੌਥੇ ਸਮ ਦੇ ਵਿੱਚ ਉੱਥੇ ਸ਼ੋਅ ਕੀਤਾ ਗਿਆ ਕਿ 129 ਅਪਾਜ ਸੰਖਿਆ ਹੈ, ਪਰ ਅਪਾਜ ਕਿੱਦਾਂ ਹੋ ਸਕਦੀ ਕਿਉਂਕਿ ਇਹ 3 ਦੇ ਪਹਾੜੇ 'ਚ ਆ ਰਹੀ ਹੈ। ਇਹਦੇ ਅੰਕਾਂ ਦਾ ਜੋੜ 3 ਦੇ ਪਹਾੜੇ 'ਚ ਆਉਂਦਾ, 9 ਤੇ 2 11 ਤੇ 1 12। ਸੋ ਇਹ 129 3 ਦੇ ਪਹਾੜੇ 'ਚ ਵੰਡੀ ਜਾਏਗੀ, 3 ਚੌਕੇ 12 ਤੇ 3 ਤੀਏ 9, 43 ਦੇ ਪਹਾੜੇ 'ਚ ਠੀਕ ਹੈ 129 ਆ ਜਾਂਦਾ। ਸੋ 129 ਅਪਾਜ ਸੰਖਿਆ ਨਹੀਂ ਹੈ। ਇਹ ਤੁਹਾਡੇ ਮੈਥ ਤੇ ਕਰੈਕਸ਼ਨ ਕਰਨ ਵਾਲੀ ਹੈ। ਸੋ ਜਵਾਬ ਆਏਗਾ 127, 131, 137 ਤੇ 139। ਨੈਕਸਟ ਹੈ 7th ਕਿ 36 ਇੱਕ ਆਦਰਸ਼ ਸੰਖਿਆ ਯਾਨੀ ਪਰਫੈਕਟ ਨੰਬਰ ਹੈ। ਸੋ ਪਰਫੈਕਟ ਨੰਬਰ ਕਿਹੜੇ ਹੁੰਦੇ ਹਨ ਕਿ ਜਦੋਂ ਅਸੀਂ ਕਿਸੇ ਵੀ ਨੰਬਰ ਦੇ ਫੈਕਟਰਸ ਬਣਾਈਏ, ਕਿਸੇ ਵੀ ਨੰਬਰ ਦੇ ਆਪਾਂ ਗੁਣਨਖੰਡ ਬਣਾਈਏ। ਸਪੋਜ਼ ਆਪਾਂ 6 ਦੇ ਗੁਣਨਖੰਡ ਬਣਾਏ, ਸੋ 6 ਦੇ ਗੁਣਨਖੰਡ ਕੀ ਬਣਨਗੇ, ਠੀਕ ਹੈ, ਇਹ ਬਣ ਜਾਏਗਾ 1 ਗੁਣਾ 6, 2 ਗੁਣਾ 3, ਠੀਕ ਹੈ। ਉਸ ਤੋਂ ਬਾਅਦ ਤਾਂ ਰਿਪੀਟ ਹੋਣੇ ਸ਼ੁਰੂ ਹੋ ਜਾਣਗੇ। ਸੋ 6 ਦੇ ਗੁਣਨਖੰਡ ਬਣ ਗਏ 1 2 ਤੇ 3। ਸੋ ਪਰਫੈਕਟ ਨੰਬਰ ਆਦਰਸ਼ ਸੰਖਿਆ ਉਹ ਹੁੰਦੀ ਹੈ ਜਦੋਂ ਆਪਾਂ ਇਸ ਅੰਕ ਦੇ ਗੁਣਨਖੰਡਾਂ ਦਾ ਜੋੜ ਕਰੀਏ 3 2 5 ਤੱਕ 6 ਤਾਂ ਉਹੀ ਸੰਖਿਆ ਆ ਜਾਵੇ, ਉਸ ਨੂੰ ਆਪਾਂ ਕਹਿੰਦੇ ਆ ਆਦਰਸ਼ ਸੰਖਿਆ। ਸੋ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ 36 ਇੱਕ ਆਦਰਸ਼ ਸੰਖਿਆ ਨਹੀਂ ਹੈ। ਸੋ ਇੱਥੇ ਸਾਨੂੰ ਮੈਂਸ਼ਨ ਕਰਨਾ ਪੈਣਾ ਕਿ ਕਿਉਂ ਨਹੀਂ ਹੈ। ਆਪਾਂ ਕਹਿ ਦਾਂਗੇ ਕਿ ਕਿਉਂਕਿ ਇਹਦੇ ਆਪਾਂ ਫੈਕਟਰਸ ਬਣਾ ਦਿੰਦੇ ਹਾਂ ਯਾਨੀ ਗੁਣਨਖੰਡ ਬਣਾ ਦਿੰਦੇ ਹਾਂ। ਸੋ 36 ਦੇ ਗੁਣਨਖੰਡ ਕੀ ਹੋਣਗੇ, ਇੱਕ ਤਾਂ ਹੋ ਜਾਏਗਾ 1 ਗੁਣਾ 36, ਠੀਕ। ਦੂਜਾ ਕੀ ਹੋ ਜਾਏਗਾ 2 ਗੁਣਾ 18, 3 ਗੁਣਾ 12, 4 ਗੁਣਾ 9, 6 ਗੁਣਾ 6, ਠੀਕ। ਸੋ ਇਹ ਸਾਰੇ ਦੇ ਫੈਕਟਰ ਹੋ ਜਾਣਗੇ। ਸੋ ਦੇਖੋ ਜਦੋਂ ਅਸੀਂ ਇਹਨਾਂ ਸਾਰਿਆਂ ਨੂੰ ਜੋੜਾਂਗੇ ਤਾਂ 36 ਤੋਂ ਉੱਪਰ ਚਲੇ ਜਾਏਗੀ ਨਾ ਰਕਮ। 2 ਤੇ 3 3 6 4 10 6 16 6 22 9 31 ਤੇ 12 43 ਤੇ 18 61। ਸੋ 36 ਤੋਂ ਵੱਧ ਜਾਏਗੀ। ਇਸ ਕਰਕੇ ਅਸੀਂ ਕਨਕਲੂਜਨ ਕੱਢਿਆ ਕਿ 36 ਇੱਕ ਆਦਰਸ਼ ਸੰਖਿਆ ਨਹੀਂ ਹੈ। ਨੈਕਸਟ ਹੈ 8th ਖਾਲੀ ਗੁਣਨਖੰਡ ਭਰੋ। ਸੋ ਆਪਾਂ ਇਹਨੇ ਖਾਲੀ ਥਾਵਾਂ ਭਰਨੀਆਂ ਹਨ। ਇਹਦਾ ਸਿੰਪਲ ਹੀ ਹੈ, ਇਹਦਾ ਸਿਰਫ ਟੇਬਲ ਹੀ ਗਿਣਨਾ। ਪਰ ਕਈ ਵਾਰ ਕੁਝ ਸੰਖਿਆਵਾਂ ਵੱਡੀਆਂ ਆ ਜਾਂਦੀਆਂ ਜਿਹਦੇ ਸਾਨੂੰ ਕਈ ਵਾਰ ਟੇਬਲ ਯਾਦ ਨਹੀਂ ਆਉਂਦੇ। ਸੋ ਉਹਦਾ ਤਰੀਕਾ ਕੀ ਉਹ ਵੀ ਆਪਾਂ ਇੱਥੇ ਸਮਝਾਂਗੇ। ਸੋ 5 ਤੇ ਜਵਾਬ ਆਉਣਾ ਚਾਹੀਦਾ 30। 5 ਦਾ ਟੇਬਲ ਗਿਣੋ, ਕਿੱਥੋਂ ਤੱਕ ਗਿਣਾਂਗੇ ਕਿ 30 ਆਵੇ। ਯੈਸ, 5 ਛਿਕਾ 30। ਨੈਕਸਟ ਹੈ ਸੈਕਿੰਡ 6 ਦਾ ਟੇਬਲ ਹੈ ਨਾ, ਕਿੰਨੇ ਛਿਕਾ 48 ਹੁੰਦਾ, 8 ਛਿਕ 48। ਓਕੇ, ਅਗਲਾ ਹੈ 7 ਗੁਣਾ, ਠੀਕ ਹੈ 9 ਸੱਤੂ ਨਾਮ 63 ਪਤਾ ਹੀ ਹੈ। ਸੋ 104। ਜੇ ਮੰਨ ਲਓ ਤੁਹਾਨੂੰ ਨਹੀਂ ਯਾਦ ਆ ਰਿਹਾ ਕਿ ਕਿੰਨੇ 8 104 ਹੁੰਦਾ, ਸਿੰਪਲ ਤੁਸੀਂ ਇੱਥੇ ਉਹਨੂੰ ਭਾਗ ਕਰ ਸਕਦੇ ਹੋ। 104 ਨੂੰ 8 ਦੇ ਨਾਲ ਭਾਗ ਕਰ ਦਿਓ, ਇਹ ਸਾਡਾ ਜਵਾਬ ਆ ਜਾਏਗਾ। ਆਪਾਂ ਦੇਖ ਲੈਂਦੇ ਹਾਂ 8 ਏਕਮ 8, ਵੈਸੇ ਹੁੰਦਾ 13 8 104, ਪਰ ਆਪਾਂ ਇਸ ਤਰੀਕੇ ਨਾਲ ਦੇਖ ਲੈਂਦੇ ਹਾਂ 8 ਏਕਮ 8। ਸੋ 10 ਚੋਂ 8 ਘਟਾ ਦਈਏ 2, 4 ਨੀਚੇ ਆ ਗਿਆ, 8 ਤੀਆ 24। ਓਕੇ, ਸੋ ਇਹ ਜਵਾਬ ਆ ਗਿਆ 13। ਸੋ ਇੱਥੇ ਤੁਸੀਂ 13 ਲਿਖ ਸਕਦੇ ਹੋ। ਇਸੇ ਤਰ੍ਹਾਂ 15 7 105 ਹੁੰਦਾ। ਜੇ ਤੁਹਾਨੂੰ ਨਹੀਂ ਪਤਾ ਚੱਲਦਾ ਤੇ ਉਹੀ ਫਾਰਮੂਲਾ ਲਾਓ, 105 ਨੂੰ ਰੱਖੋ ਵਿੱਚ, 7 ਨੂੰ ਬਾਹਰ, 7 ਏਕਮ 7, 10 7 ਘਟਾ ਦਈਏ 3 ਤੇ 5 ਆ ਗਿਆ, 7 5 35। ਸੋ ਇਹ 15 ਸਾਡਾ ਜਵਾਬ ਆ ਗਿਆ। ਇੱਥੇ ਲਿਖ ਦਿਓ 15, ਠੀਕ। ਸੋ ਇਸ ਤਰੀਕੇ ਨਾਲ ਤੁਸੀਂ ਬੜੇ ਆਰਾਮ ਨਾਲ ਇਹਨੂੰ ਕਰ ਸਕਦੇ ਹੋ। ਨੈਕਸਟ 2 ਅੰਕਾਂ ਵਾਲੀਆਂ ਸਾਰੀਆਂ ਅਪਾਜ ਸੰਖਿਆਵਾਂ ਦੀ ਸੂਚੀ ਬਣਾਓ ਜਿਨ੍ਹਾਂ ਵਿੱਚੋਂ ਦੋਨੋਂ ਅੰਕ ਅਪਾਜ ਸੰਖਿਆਵਾਂ ਹੋਣ। ਓਕੇ, ਸੋ ਇਹਨੂੰ ਸਮਝਣਾ ਜ਼ਰੂਰੀ ਹੈ। ਇਹ ਨਹੀਂ ਪੁੱਛ ਰਿਹਾ ਕਿ ਅਪਾਜ ਸੰਖਿਆਵਾਂ 2 ਅੰਕਾਂ ਵਾਲੀਆਂ ਲਿਖੋ, ਕਹਿੰਦਾ ਉਹਨਾਂ ਅਪਾਜ ਸੰਖਿਆਵਾਂ ਦੀ ਸੂਚੀ ਬਣਾਓ ਜਿਨ੍ਹਾਂ ਦੇ ਦੋਨੋਂ ਅੰਕ ਵੀ ਅਪਾਜ ਹੋਣ, ਠੀਕ ਹੈ। ਸੋ ਪਹਿਲਾਂ ਤਾਂ ਇਹ ਸ਼ਰਤ ਹੈ ਕਿ 2 ਅੰਕਾਂ ਵਾਲੀਆਂ ਅਪਾਜ ਸੰਖਿਆਵਾਂ ਲਿਖਣੀਆਂ ਹਨ। ਸੋ ਉਹਦੇ ਵਿੱਚ ਤਾਂ ਹੋਣਾ ਜਿਹੜੇ ਪਹਿਲੇ ਹਨ, ਇੱਕ ਤਾਂ ਵੈਸੇ ਵੀ ਨਾ ਅਪਾਜ ਹੈ ਨਾ ਸੰਯੁਕਤ ਹੈ, ਠੀਕ ਹੈ। ਸੋ ਉਹ ਵੀ ਚਲਾ ਗਿਆ। 2 ਨੂੰ ਵੀ ਛੱਡ ਦਿਓ, 3 ਨੂੰ, 5 ਨੂੰ, 7 ਨੂੰ, ਠੀਕ ਹੈ, ਇਹ ਸਾਰੇ ਛੱਡਤੇ। ਹੁਣ ਆਪਾਂ ਸ਼ੁਰੂ ਕਰਾਂਗੇ 11 ਹੈ ਨਾ। 11 ਵੀ ਨਹੀਂ ਆ ਸਕਦਾ ਕਿਉਂਕਿ ਦੋਨੋਂ 1 ਤੋਂ ਬਣੇ ਹਨ। ਸੋ 1 ਵਾਲੇ ਸਾਰੀ ਲਾਈਨ ਛੱਡਣੀ ਪੈਣੀ, 11 12 13। ਕਿਉਂ? ਕਿਉਂਕਿ 1 ਜਿਹੜਾ ਹੈ ਅਪਾਜ ਸੰਖਿਆ ਨਹੀਂ ਹੈ। ਹੁਣ 2 ਵਾਲੀ ਲਾਈਨ 'ਚ ਆ ਜਾਓ। 2 ਵਾਲੀ ਲਾਈਨ 'ਚ ਸਭ ਤੋਂ ਪਹਿਲੀ ਅਪਾਜ ਸੰਖਿਆ ਆਉਂਦੀ ਹੈ 23 ਹੈ ਨਾ। 23 ਦਾ ਬਿਲਕੁਲ ਠੀਕ ਹੈ ਕਿਉਂਕਿ 2 ਅਪਾਜ ਸੰਖਿਆ ਤੇ 3 ਵੀ ਅਪਾਜ ਸੰਖਿਆ, ਇਹ ਸਾਡਾ ਪੂਰਾ ਕਰਦਾ ਹੈ। ਉਸ ਤੋਂ ਬਾਅਦ ਆਉਂਦਾ 29, ਠੀਕ ਹੈ। 29 ਨੂੰ ਅਸੀਂ ਨਹੀਂ ਲਿਖ ਸਕਦੇ। ਕਿਉਂ? ਕਿਉਂਕਿ 9 ਜਿਹੜਾ ਹੈਗਾ ਅਪਾਜ ਨਹੀਂ ਹੈ, 3 ਦੇ ਪਹਾੜੇ ਵਿੱਚ ਆਉਂਦਾ। ਸੋ ਇਹ ਸਾਡੀ ਕੰਡੀਸ਼ਨ ਕਿ ਦੋਨੋਂ ਅੰਕ ਅਪਾਜ ਸੰਖਿਆਵਾਂ ਹੋਣ।
2 ਤਾਂ ਅਪਾਜ ਹੈ ਪਰ 9 ਅਪਾਜ ਨਹੀਂ ਹੈ, ਕਿਉਂਕਿ ਇਹ 3 ਦੇ ਪਹਾੜੇ 'ਚ ਆਉਂਦਾ, ਸੋ ਇਹਨੂੰ ਅਸੀਂ ਨਹੀਂ ਲਿਖ ਸਕਦੇ। ਸੋ ਇਸੇ ਤਰ੍ਹਾਂ ਕਰਦੇ ਕਰਦੇ ਅਗਲੀ ਲਾਈਨ 'ਚ ਆ ਜਾਓ। ਅਗਲੀ ਲਾਈਨ 'ਚ ਵੀ ਇੱਕੋ ਹੀ ਅੰਕ ਹੈ 37 37। ਉਸ ਤੋਂ ਅੱਗੇ 40 ਵਾਲੀ ਲਾਈਨ 'ਚ ਕੋਈ ਵੀ ਨਹੀਂ ਹੈ, ਫਿਰ 53 ਆ ਗਿਆ, ਉਸ ਤੋਂ ਬਾਅਦ ਆ ਗਿਆ 73। ਸੋ ਸਾਡੀਆਂ ਦੋਨੋਂ ਸ਼ਰਤਾਂ ਨੂੰ ਪੂਰਾ ਕਰਦੇ ਹੋਏ ਵੀ ਇਹ ਅਪਾਜ ਸੰਖਿਆਵਾਂ ਹੋਣ ਤੇ ਅਪਾਜ ਸੰਖਿਆਵਾਂ ਦੇ ਅੰਕ ਵੀ ਅਪਾਜ ਹੋਣ। ਸੋ ਇਹ 4 ਅੰਕ ਹਨ, 4 ਸੰਖਿਆਵਾਂ ਹਨ ਜਿਹੜੀਆਂ ਇਹ ਪੂਰਾ ਕਰਦੀਆਂ ਹਨ। ਸੋ ਇਹ ਸਾਡਾ ਜਵਾਬ ਆ ਗਿਆ। ਓਕੇ ਸਟੂਡੈਂਟਸ, ਸੋ ਇਹ ਸੀ ਸਾਡੀ ਐਕਸਰਸਾਈਜ਼ 3.1। ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਹੋਏਗੀ। ਅਖੀਰ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਚੈਨਲ ਨੂੰ ਇੰਨਾ ਸਬਸਕ੍ਰਾਈਬ ਕੀਤਾ, ਇੰਨੇ ਲਾਈਕ ਕੀਤੇ, ਬਹੁਤ ਜ਼ਿਆਦਾ ਸ਼ੇਅਰ ਕੀਤਾ ਜਿਹਦੀ ਮੈਨੂੰ ਨਹੀਂ ਆਸ ਸੀ। ਸੋ ਥੈਂਕ ਯੂ ਵੈਰੀ ਮੱਚ। ਉਮੀਦ ਹੈ ਇਸੇ ਤਰ੍ਹਾਂ ਅੱਗੇ ਵੀ ਪਿਆਰ ਦਿੰਦੇ ਰਹੋਗੇ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।